So students, today we are going to start with the topic that is RNA, ribonucleic acid or ribose nucleic acid, right? ਬੇਟਾ ਆਪਾਂ ਆਪਣੀਆਂ ਲਾਸਟ ਵੀਡੀਓਜ਼ ਦੇ ਵਿੱਚ DNA ਦਾ ਸਟਰਕਚਰ DNA ਜਿਹੜੇ ਨਿਊਕਲੀਓਟਾਈਡਸ ਦੇ ਬਣੇ ਹੁੰਦੇ ਨਿਊਕਲੀਓਟਾਈਡ ਦਾ ਸਟਰਕਚਰ ਜਦ ਕਿ ਅਸੀਂ ਉਹਦੇ ਵਿੱਚ RNA ਦਾ ਵੀ ਕੀਤਾ ਸੀ ਕਿ ਸ਼ੂਗਰ ਕਿਹੜੀ ਹੈ ਜਾਂ ਨਾਈਟ੍ਰੋਜਨ ਬੇਸਿਸ ਕਿਹੜੇ ਨੇ ਬਟ ਅਸੀਂ ਸਟਿਲ RNA ਤੇ ਉਹਦੀਆਂ ਡਿਫਰੈਂਟ ਟਾਈਪਸ ਜਿਹੜੀਆਂ ਉਹ ਡਿਸਕਸ ਨਹੀਂ ਕੀਤੀਆਂ ਸੀ ਸੋ ਇਨ ਦਿਸ ਸੈਸ਼ਨ ਵੀ ਵਿਲ ਡਿਸਕਸ RNA and its various types and what are the functions of that different types of RNA, right? So what is RNA? RNA obviously it is a nucleic acid, single stranded ਹੁੰਦਾ ਫਰਕ ਕੀ ਆ ਗਿਆ DNA double stranded ਹੈ RNA single stranded ਹੈ consisting of unbranched polynucleotide chain branches ਨਹੀਂ ਹੁੰਦੀਆਂ polynucleotide chain ਤਾਂ DNA ਦੀ ਵੀ ਤੇ ਇਹਦੀ ਵੀ ਹੈ why these are called as polynucleotide chains ਕਿਉਂਕਿ poly means many ਨਿਊਕਲੀਓਟਾਈਡ ਦੇ ਬਣੇ ਹੁੰਦੇ ਜਿਵੇਂ ਤੁਹਾਨੂੰ ਯਾਦ ਹੋਣਾ ਮੈਂ ਹਮੇਸ਼ਾ ਕਹਿੰਦੀ ਹਾਂ ਇੱਕ ਇੱਟ ਬਣਾਉਣੀ ਇੱਕ ਦੀਵਾਰ ਬਣਾਉਣੀ ਹੈ ਤਾਂ ਇੱਟਾਂ ਦੀ ਲੋੜ ਹੈ ਨਾ ਤਿਵੇਂ ਪੋਲੀਨਿਊਕਲੀਓਟਾਈਡਸ ਜਾਂ ਨਿਊਕਲਿਕ ਐਸਿਡ ਬਣਾਉਣ ਦੇ ਲਈ ਸਾਨੂੰ ਨਿਊਕਲੀਓਟਾਈਡਸ ਦੀ ਲੋੜ ਹੈ ਕਿੰਨੇ ਸਾਰੇ ਨਿਊਕਲੀਓਟਾਈਡਸ ਮਿਲ ਕੇ ਨਿਊਕਲਿਕ ਐਸਿਡ ਬਣਾਉਂਦੇ ਨੇ ਰਾਈਟ ਹੁਣ ਜਿਵੇਂ ਅਸੀਂ DNA 'ਚ ਪੜ੍ਹਿਆ ਸੀ ਤਿਵੇਂ RNA ਤਿੰਨ ਚੀਜ਼ਾਂ RNA ਦੇ ਜਿਹੜੇ ਨਿਊਕਲੀਓਟਾਈਡ ਨੇ ਜਿਹੜੇ ਨਿਊਕਲੀਓਟਾਈਡਸ ਨੇ ਇੱਕ ਇੱਟ ਹੈ ਨਿਊਕਲੀਓਟਾਈਡ ਉਹ ਕਾਹਦੀ ਬਣੀ ਹੁੰਦੀ ਅਸੀਂ ਉਹ ਡਿਸਕਸ ਕਰਾਂਗੇ ਫਿਰ ਕਿੰਨੇ ਸਾਰੇ ਨਿਊਕਲੀਓਟਾਈਡ ਮਿਲ ਕੇ ਨਿਊਕਲਿਕ ਐਸਿਡ ਬਣਾ ਦੇਣਗੇ ਸੋ ਤਿੰਨ ਚੀਜ਼ਾਂ ਹੁੰਦੀਆਂ ਆਲਰੇਡੀ ਅਸੀਂ ਕਰ ਚੁੱਕੇ ਹਾਂ ਸ਼ੂਗਰ ਹੈ ਫਾਸਫੇਟ ਹੈ ਨਾਈਟ੍ਰੋਜਨ ਬੇਸ ਹੈ DNA ਦੀ ਸ਼ੂਗਰ ਡੀਆਕਸੀਰਾਈਬੋਜ਼ ਸੀ RNA ਦੀ ਕਿਹੜੀ ਹੈ ਰਾਈਬੋਜ਼ ਰਾਈਟ ਉੱਥੇ ਵੀ ਫਾਸਫੇਟ ਗਰੁੱਪ ਸੀ ਇੱਥੇ ਵੀ ਫਾਸਫੇਟ ਗਰੁੱਪ ਹੈ ਥਰਡ ਇਜ਼ ਨਾਈਟ੍ਰੋਜਨ ਬੇਸ DNA ਦੇ ਵਿੱਚ ਵੀ ਨਾਈਟ੍ਰੋਜਨ ਬੇਸ ਦੋ ਤਰ੍ਹਾਂ ਦੇ ਸੀ ਪਿਊਰੀਨਸ ਐਂਡ ਪਾਇਰਾਮਿਡੀਨਸ ਪਿਊਰੀਨਸ ਦੋ ਨੇ AG ਐਡੇਨਿਨ ਗੁਆਨਿਨ pyrimidines ਉੱਥੇ C ਤੇ TC ਸਾਈਟੋਸਿਨ ਐਂਡ ਥਾਇਮਿਨ whereas here ਸਾਈਟੋਸਿਨ ਐਂਡ ਯੂਰਾਸਿਲ ਬਸ DNA ਤੇ RNA ਦੇ ਵਿੱਚ pyrimidine 'ਚ ਫਰਕ ਹੈ purines will remain same coming to the types of RNA basically RNA are of two types genetic and non-genetic right genetic RNA ਕੀ ਹੈ most of the plant ਦੇਖੋ ਪਹਿਲਾਂ ਮੈਂ ਸਮਝਾਉਂਦੀ ਫਿਰ ਆਪਾਂ ਦੇਖਦੇ ਹਾਂ ਕਿ ਇੱਕ ਤਾਂ ਅਸੀਂ ਜਦੋਂ ਜੈਨੇਟਿਕ ਮਟੀਰੀਅਲ ਪੜ੍ਹਿਆ ਸੀ ਅਸੀਂ ਕੀ ਪੜ੍ਹਿਆ ਸੀ ਕਿ ਨੋ ਡਾਊਟ RNA ਵੀ DNA ਦੀ ਤਰ੍ਹਾਂ ਜੈਨੇਟਿਕ ਮਟੀਰੀਅਲ ਹੈ ਪਰ ਮੋਸਟਲੀ ਲਿਵਿੰਗ ਆਰਗੈਨਿਜ਼ਮ ਦੇ ਵਿੱਚ DNA ਇਜ਼ ਦਾ ਜੈਨੇਟਿਕ ਮਟੀਰੀਅਲ ਕੁਝ ਵਾਇਰਸਿਸ ਦੇ ਵਿੱਚ RNA ਜੈਨੇਟਿਕ ਮਟੀਰੀਅਲ ਹੁੰਦਾ ਉਹ ਤਾਂ ਹੋ ਗਿਆ ਜੈਨੇਟਿਕ RNA ਅਤੇ ਇਸ ਤੋਂ ਇਲਾਵਾ RNA ਪਰਫੋਰਮਸ ਵੇਰੀਅਸ ਅਦਰ ਫੰਕਸ਼ਨਸ tRNA ਦੇ ਜਿੱਦਾਂ ਇਹਦੀਆਂ ਟਾਈਪਸ ਨੇ rRNA mRNA tRNA ਹਰ ਇੱਕ ਦਾ ਆਪਣਾ ਆਪਣਾ ਕੰਮ ਹੈ ਆਪਾਂ ਲੇਟਰ ਔਨ ਡਿਸਕਸ ਕਰਨ ਲੱਗੇ ਹਾਂ ਠੀਕ ਹੈ ਜੀ ਸੋ ਜੈਨੇਟਿਕ ਅਤੇ ਨਾਨ ਜੈਨੇਟਿਕ ਉਦੋਂ ਜਦੋਂ RNA ਐਕਟ ਐਜ਼ ਜੈਨੇਟਿਕ ਮਟੀਰੀਅਲ ਰਾਈਟ ਸੋ ਵਾਇਰਸਿਸ ਪਲਾਂਟ ਵਾਇਰਸਿਸ ਅਤੇ ਐਨੀਮਲ ਵਾਇਰਸਿਸ ਅਤੇ ਕੁਛ ਬੈਕਟੀਰੀਓਫਾਜਿਸ ਇਹ ਵੀ ਵਾਇਰਸਿਸ ਹੀ ਹੁੰਦੇ ਬੈਕਟੀਰੀਓਫਾਜਿਸ ਅਤੇ ਜਿਹੜੇ ਬੈਕਟੀਰੀਆ ਨੂੰ ਅਟੈਕ ਕਰਦੇ ਨੇ ਸੋ ਦ ਵਾਇਰਸਿਸ ਦੈਟ ਇਨਫੈਕਟ ਔਰ ਅਟੈਕਸ ਬੈਕਟੀਰੀਆ ਆਰ ਕਾਲਡ ਐਜ਼ ਬੈਕਟੀਰੀਓਫਾਜਿਸ ਤੋ ਪਲਾਂਟ ਵਾਇਰਸਿਸ ਐਨੀਮਲ ਵਾਇਰਸਿਸ ਅਤੇ ਕੁਝ ਬੈਕਟੀਰੀਓਫਾਜਿਸ ਇਹਨਾਂ ਦੇ ਵਿੱਚ RNA ਐਕਟ ਕਰਦਾ ਐਜ਼ ਅ ਜੈਨੇਟਿਕ ਮਟੀਰੀਅਲ ਜਾਂ ਤੁਸੀਂ ਹੈਰੀਡਿਟਰੀ ਮਟੀਰੀਅਲ ਕਹਿ ਲਓ ਐਗਜ਼ਾਮਪਲ ਦੇਤੀ ਹੈ ਸਾਡੇ ਕੋਲ ਇਹ ਇੱਕ ਬੈਕਟੀਰੀਓਫਾਜ ਹੈ ਟੋਬੈਕੋ ਮੋਜ਼ੇਕ ਵਾਇਰਸ ਵੀ ਇੱਕ ਤਰ੍ਹਾਂ ਦਾ ਬੈਕਟੀਰੀਓਫਾਜ ਹੈ ਸੋ ਦੀਜ਼ ਆਰ ਦ ਐਗਜ਼ਾਮਪਲਸ ਆਫ ਜੈਨੇਟਿਕ RNA ਕਿ ਜਿਨ੍ਹਾਂ ਦੇ ਵਿੱਚ RNA ਐਜ਼ ਅ ਜੈਨੇਟਿਕ ਮਟੀਰੀਅਲ ਕੰਮ ਕਰਦਾ ਸੋ ਆਪਾਂ ਕੀ ਪੜ੍ਹਿਆ ਦੋ ਐਗਜ਼ਾਮਪਲਸ ਪੜ੍ਹੀਆਂ TMV ਇੱਕ ਪਲਾਂਟ ਵਾਇਰਸ ਹੈ ਠੀਕ ਹੈ ਜੀ ਅਤੇ ਜਿਹੜਾ QB ਹੈ ਇਹ ਬੈਕਟੀਰੀਓਫਾਜ ਹੈ ਸੋ TMV ਦੇ ਦੋ ਐਗਜ਼ਾਮਪਲਸ ਨੇ ਵੈਸੇ ਤਾਂ ਬਹੁਤ ਸਾਰੇ ਇਹੋ ਜਿਹੇ ਵਾਇਰਸਿਸ ਨੇ ਪਲਾਂਟ ਦੇ ਐਨੀਮਲਸ ਦੇ ਅਤੇ ਬੈਕਟੀਰੀਓਫਾਜਿਸ ਬੈਕਟੀਰੀਆ ਦੇ ਵਾਇਰਸਿਸ ਜਿਨ੍ਹਾਂ ਦੇ ਵਿੱਚ RNA ਐਕਟ ਕਰਦਾ ਐਜ਼ ਅ ਜੈਨੇਟਿਕ ਮਟੀਰੀਅਲ ਨਾ ਕਮਿੰਗ ਟੂ ਨਾਨ ਜੈਨੇਟਿਕ RNA ਕਹਿੰਦਾ ਆਪਾਂ ਨੂੰ ਪਤਾ ਹੀ ਹੈ ਕਿ ਮੋਸਟ ਆਫ ਦਾ ਜਿੰਨੇ ਲਿਵਿੰਗ ਆਰਗੈਨਿਜ਼ਮ ਨੇ ਮੋਸਟਲੀ ਉਹਨਾਂ ਦੇ ਵਿੱਚ DNA ਹੈਰੀਡਿਟਰੀ ਮਟੀਰੀਅਲ ਹੈ ਫਿਰ ਉਹਨਾਂ ਦੇ ਵਿੱਚ RNA ਕੀ ਕਰਦਾ RNA ਪਰਫੋਰਮਸ ਡਿਫਰੈਂਟ ਟਾਈਪਸ ਆਫ ਫੰਕਸ਼ਨਸ ਰਾਈਟ ਸੋ ਅਲੱਗ-ਅਲੱਗ ਤਰ੍ਹਾਂ ਦਾ RNA mRNA tRNA rRNA ਕੀ ਫੰਕਸ਼ਨਸ ਪਰਫੋਰਮ ਕਰਦੇ ਸੀ ਲੇਟਰ ਔਨ ਡਿਸਕਸ ਕਰਾਂਗੇ ਪਰ ਇਹੋ ਜਿਹੇ RNA ਨੂੰ ਅਸੀਂ ਕੀ ਬੋਲਦੇ ਹਾਂ ਨਾਨ ਜੈਨੇਟਿਕ RNA ਕੀ ਬੋਲਦੇ ਹਾਂ ਨਾਨ ਜੈਨੇਟਿਕ RNA ਅਤੇ ਇਹ DNA ਤੋਂ ਹੀ ਬਣਦੇ ਹੈ ਇਸ ਟੌਪਿਕ ਤੋਂ ਪਹਿਲਾਂ ਆਪਾਂ ਟਰਾਂਸਕ੍ਰਿਪਸ਼ਨ ਪੜ੍ਹੀ ਹੈ ਜਿਸ 'ਚ ਅਸੀਂ ਪੜ੍ਹਿਆ ਕਿ DNA ਤੋਂ RNA ਕਿਵੇਂ ਬਣਦਾ ਬਾਏ ਦਾ ਪ੍ਰੋਸੈਸ ਆਫ ਟਰਾਂਸਕ੍ਰਿਪਸ਼ਨ ਸੋ ਨੈਕਸਟ ਆਪਾਂ ਹੁਣ ਸਟਾਰਟ ਕਰਨ ਜਾ ਰਹੇ ਹਾਂ ਸਟੂਡੈਂਟਸ ਡਿਫਰੈਂਟ ਟਾਈਪਸ ਆਫ RNAs ਬੇਸਿਕਲੀ ਆਪਾਂ ਨਾਨ ਜੈਨੇਟਿਕ RNA ਦਾ ਹੀ ਸਾਰਾ ਪੜ੍ਹਨਾ ਹੈ mRNA rRNA ਅਤੇ tRNA ਕੀ ਹੁੰਦੇ ਨੇ ਐਂਡ देयर ਸਟਰਕਚਰ ਐਂਡ ਸੋ ਔਨ
ਤੇ ਫਿਰ ਅਸੀਂ ਜਦੋਂ ਲੇਟਰ ਔਨ ਟਰਾਂਸਲੇਸ਼ਨ ਪੜਾਂਗੇ, ਇਸ ਤੋਂ ਬਾਅਦ ਵਾਲਾ ਟੌਪਿਕ ਹੈ ਜਿਹੜਾ, ਉਹਦੇ ਵਿੱਚ ਫਿਰ ਅਸੀਂ ਦੇਖਾਂਗੇ ਕਿ ਹਾਊ RNA, mRNA, rRNA and tRNA involves in the process of translation, right? ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਨ ਜਾ ਰਹੇ ਹਾਂ RNA ਦੀ ਫਸਟ ਟਾਈਪ, ਦੈਟ ਇਜ਼ ਮੈਸੇਂਜਰ RNA ਔਰ mRNA। ਮੈਸੇਂਜਰ RNA ਓਬਵੀਅਸਲੀ ਇੱਕ ਨਿਊਕਲਿਕ ਐਸਿਡ ਹੈ, ਤਾਂ ਇਹ ਰਾਈਬੋ ਨਿਊਕਲੀਓਟਾਈਡਸ ਦਾ ਬਣਿਆ ਹੋਏਗਾ। ਜੋ ਆਪਾਂ DNA ਦੀ ਗੱਲ ਕਰਦੇ ਹਾਂ ਡੀਆਕਸੀ ਰਾਈਬੋ ਨਿਊਕਲੀਓਟਾਈਡਸ ਦੇ ਬਣਦੇ ਨੇ, ਤਾਂ ਜਿਹੜੇ RNA ਹੈ ਉਹ ਰਾਈਬੋ ਨਿਊਕਲੀਓਟਾਈਡਸ ਦੇ ਬਣਦੇ ਨੇ। ਸੋ ਇਹ ਰਾਈਬੋ ਨਿਊਕਲੀਓਟਾਈਡਸ ਤੋਂ ਮਿਲ ਕੇ ਬਣਦਾ। ਤੇ ਆਪਾਂ ਨੂੰ ਪਤਾ ਹੀ ਹੈ mRNA ਅਸੀਂ ਟਰਾਂਸਕ੍ਰਿਪਸ਼ਨ ਪੜ੍ਹੀ ਹੈ ਕਿ DNA ਦੇ ਇੱਕ ਸਟ੍ਰੈਂਡ ਜਿਹੜਾ ਦੋਨੋਂ ਨਹੀਂ, ਓਨਲੀ ਵਨ ਸਟ੍ਰੈਂਡ ਇਜ਼ ਏਬਲ ਟੂ ਅੰਡਰਗੋ ਟਰਾਂਸਕ੍ਰਿਪਸ਼ਨ। ਓਨਲੀ ਵਨ ਸਟ੍ਰੈਂਡ, ਇੱਕ ਹੀ ਸਟ੍ਰੈਂਡ ਐਸਾ ਜਿਹੜਾ ਟਰਾਂਸਕ੍ਰਿਪਸ਼ਨ ਕਰਦਾ ਤੇ mRNA ਬਣਾਉਂਦਾ, RNA ਬਣਾਉਂਦਾ ਯੂ ਕੈਨ ਸੇ। ਸੋ DNA ਦੀ ਕੋਡਡ ਇਨਫੋਰਮੇਸ਼ਨ ਕਿਹਦੇ ਕੋ ਆ ਜਾਂਦੀ, RNA ਕੋਲ, ਔਰ RNA ਨੇ ਫਰਦਰ ਕੀ ਬਣਾਉਣੇ ਹੁੰਦੇ, ਪ੍ਰੋਟੀਨਸ। ਪੜ੍ਹਿਆ ਹੋਇਆ ਸੀ ਮੈਸੇਂਜਰ RNA। ਔਰ ਮੈਸੇਂਜਰ RNA ਜਿਹੜਾ ਸੀ ਉਹ ਕਿਹਨੇ ਦਿੱਤਾ ਸੀ, ਉਹਦਾ ਨੇਮ ਜੈਕਬ ਐਂਡ ਮੋਨੋਡ ਨੇ। ਔਰ ਟੋਟਲ ਜਿੰਨਾ ਵੀ RNA ਕਿਸੇ ਲਿਵਿੰਗ ਆਰਗੇਨਿਜ਼ਮ 'ਚ ਪ੍ਰੈਜ਼ੈਂਟ ਹੁੰਦਾ 5% mRNA ਹੁੰਦਾ। ਟੋਟਲ ਜਿੰਨਾ ਵੀ ਹੈ ਉਹਦਾ 5% ਕੀ ਹੁੰਦਾ, mRNA। ਉਸ ਤੋਂ ਬਾਅਦ mRNA ਦੀ ਲਾਈਫ ਸਪੈਨ ਸ਼ਾਰਟ ਹੈ, ਮੀਨਸ ਕੁਛ ਸਮੇਂ ਲਈ ਹੀ ਇਹ ਰਹਿੰਦਾ ਹੈ। ਯੂਕੈਰੀਓਟਸ ਦੇ ਕੇਸ ਦੇ ਵਿੱਚ ਜਦੋਂ mRNA ਬਣਦਾ, ਅਸੀਂ ਪੜ੍ਹਿਆ, ਅਸੀਂ ਟਰਾਂਸਕ੍ਰਿਪਸ਼ਨ ਪੜ੍ਹ ਚੁੱਕੇ ਹਾਂ। ਯੂਕੈਰੀਓਟਸ ਦੇ ਕੇਸ ਦੇ ਵਿੱਚ ਮੈਸੇਂਜਰ RNA ਤੋਂ ਪ੍ਰੀਕਰਸਰ, ਇਸ ਤੋਂ ਪਹਿਲਾਂ ਵਾਲੀ ਇੱਕ ਚੀਜ਼ ਬਣਦੀ ਹੈ ਹੈਟਰੋਜੀਨਸ RNA। ਫਿਰ ਹੈਟਰੋਜੀਨਸ RNA ਦੀਆਂ ਅਸੀਂ ਪੋਸਟ ਟਰਾਂਸਕ੍ਰਿਪਸ਼ਨਲ ਮੋਡੀਫਿਕੇਸ਼ਨਸ ਕਰਦੇ ਹਾਂ, ਟਰਾਂਸਕ੍ਰਿਪਸ਼ਨ ਤੋਂ ਬਾਅਦ ਵਾਲੀਆਂ ਮੋਡੀਫਿਕੇਸ਼ਨਸ, ਐਂਡ ਫਿਰ ਕੀ ਬਣਦਾ, ਐਕਟਿਵ mRNA। ਠੀਕ ਹੈ ਜੀ, ਉਹ ਅਸੀਂ ਪੜ੍ਹਿਆ ਹੀ ਹੋਇਆ ਕਿ mRNA ਦੇ ਵਿੱਚ ਇੰਟਰੋਨਸ ਤੇ ਐਗਜ਼ਨਸ ਹੁੰਦੇ ਆ। ਇੰਟਰੋਨਸ ਜਿਹੜੇ ਅੱਗੇ ਪ੍ਰੋਟੀਨਸ ਨਹੀਂ ਬਣਾਉਂਦੇ, ਐਗਜ਼ੋਨਸ ਜਿਹੜੇ ਅੱਗੇ ਪ੍ਰੋਟੀਨ ਨੂੰ ਕੋਡ ਕਰਦੇ ਆ। ਤਾਂ ਅਸੀਂ ਕੀ ਕਰਦੇ ਆ, ਪੋਸਟ ਟਰਾਂਸਕ੍ਰਿਪਸ਼ਨ ਹੋਣ ਤੋਂ ਬਾਅਦ ਜਿਹੜੇ ਪਾਰਟ ਇੰਟਰੋਨਸ ਨੇ, ਨੌਨ ਕੋਡਿੰਗ ਸੈਗਮੈਂਟ, ਉਹਨੂੰ ਬਾਹਰ ਕੱਢ ਦਿੱਤਾ, ਕਿਉਂਕਿ ਇਹਦੀ ਲੋੜ ਹੀ ਨਹੀਂ, ਅੱਗੇ ਪ੍ਰੋਟੀਨ ਬਣਾਉਣੀ ਨਹੀਂ ਲੋੜ ਕਿਹਦੀ, ਐਗਜ਼ਨਸ ਦੀ। ਤਾਂ ਐਗਜ਼ਨ ਰਹਿ ਜਾਂਦੇ, ਉਹਨੂੰ ਜੋੜ ਦਿੱਤਾ। ਸੋ ਰਿਮੂਵਲ ਆਫ ਇੰਟਰੋਨ ਇਜ਼ ਕਾਲਡ ਐ ਸਪਲਾਈਸਿੰਗ। ਕਹਿਣ ਦਾ ਮਤਲਬ ਇਹ ਹੈ ਕਿ ਯੂਕੈਰੀਓਟਸ ਦੇ ਕੇਸ 'ਚ mRNA ਸਿੱਧਾ ਨਹੀਂ ਬਣਦਾ, ਉਹਦੇ ਤੋਂ ਪ੍ਰੀਕਰਸਰ ਬਣਦਾ, ਇੱਕ ਪਹਿਲਾਂ ਵਾਲੀ ਚੀਜ਼ ਬਣਦੀ, ਉਹਦੀ ਮੋਡੀਫਿਕੇਸ਼ਨ ਹੋ ਕੇ ਫਿਰ mRNA ਬਣਦਾ ਇਨ ਕੇਸ ਆਫ ਯੂਕੈਰੀਓਟਸ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਸਟਰਕਚਰ ਦੇਖ ਲੈਣਾ ਸਾਰਿਆਂ ਨੇ mRNA ਦਾ। ਦਿਸ ਇਜ਼ ਦ ਕੋਡਿੰਗ ਰੀਜਨ। ਕੋਡਿੰਗ ਰੀਜਨ ਦਾ ਮਤਲਬ ਹੈ ਜਿੰਨਾ ਪਾਰਟ ਪ੍ਰੋਟੀਨ ਬਣਾਉਣ ਲੱਗਾ। ਬੇਟਾ ਜੀ ਇਹ ਗੱਲ ਮੈਂ ਅੱਗੇ ਵੀ ਦੱਸ ਚੁੱਕੀ ਹਾਂ, ਇੱਕ ਵਾਰੀ ਫਿਰ ਇੱਥੇ ਕਲੀਅਰ ਕਰੂੰਗੀ। ਮੋਸਟਲੀ ਜਿੰਨਾ DNA ਹੁੰਦਾ ਹੈ ਜਾਂ ਜਿੰਨਾ RNA ਉਹ ਤੋਂ ਬਣਦਾ ਹੈ, ਯਾਦ ਰੱਖਿਓ 98% ਜਿਹੜਾ DNA ਹੁੰਦਾ ਉਹ ਪ੍ਰੋਟੀਨ ਨੂੰ ਕੋਡ ਨਹੀਂ ਕਰਦਾ, ਉਹ ਨੋਨ ਕੋਡਿੰਗ ਹੈ, ਵੇਸਟਫੁਲ ਹੈ ਸਾਡੇ ਲਈ ਕਹਿ ਲਓ। ਪਰ ਉਹ ਵੀ ਕਿੱਥੇ ਯੂਜ਼ ਹੋਏਗਾ ਲੇਟਰ ਔਨ, ਅਸੀਂ ਜਦੋਂ ਪੜ੍ਹਾਂਗੇ ਅੱਗੇ DNA ਫਿੰਗਰ ਪ੍ਰਿੰਟਿੰਗ ਐਂਡ ਆਲ। ਫਿਲਹਾਲ ਤੁਸੀਂ ਇੱਥੇ ਯਾਦ ਰੱਖੋ ਕਿ DNA ਦਾ ਸਿਰਫ 2% ਔਰ ਉਸ ਤੋਂ ਵੀ ਘੱਟ ਪਾਰਟ ਜਿਹੜਾ ਹੈ ਉਹ ਅੱਗੇ ਪ੍ਰੋਟੀਨ ਨੂੰ ਕੋਡ ਕਰਦਾ, ਉਹਦੇ 'ਚੋਂ ਇਨਫੋਰਮੇਸ਼ਨ ਹੈਗੀ ਜਿਹੜਾ ਪ੍ਰੋਟੀਨ ਬਣਾਉਂਦਾ। ਸੋ ਦਿਸ ਇਜ਼ ਦ ਸਟਰਕਚਰ ਆਫ mRNA ਕੋਡਿੰਗ ਰੀਜਨ, ਜਿਹਨੇ ਕੋਡ ਕਰਨਾ ਅੱਗੇ ਪ੍ਰੋਟੀਨਸ ਲਈ। ਆ ਇਨੀਸ਼ੀਏਸ਼ਨ ਕੋਡੋਨ ਹੈ, ਇਨੀਸ਼ੀਏਸ਼ਨ ਕੋਡੋਨ ਜਿੱਥੇ ਟਰਾਂਸਲੇਸ਼ਨ ਸ਼ੁਰੂ ਹੋਏਗੀ, ਪ੍ਰੋਟੀਨਸ ਬਣਨਾ ਸ਼ੁਰੂ ਹੋਣਗੇ, ਟਰਮੀਨੇਸ਼ਨ 'ਤੇ ਆ ਕੇ ਰੁਕ ਜਾਏਗੀ, ਅਤੇ ਇੰਨੇ ਪਾਰਟ 'ਚ ਟਰਾਂਸਲੇਸ਼ਨ ਹੋਏਗੀ। ਇਹਦੇ ਇੱਕ ਐਂਡ mRNA ਦਾ ਜਿਹੜਾ 5' ਐਂਡ ਹੈ ਉੱਥੇ ਕੈਪ ਹੈ, ਜਿਹੜਾ 3' ਐਂਡ ਹੈ ਉੱਥੇ ਪੋਲੀ ਏ ਟੇਲ ਹੈ, ਮੀਨ 200 ਤੋਂ 300 ਐਡੇਨਿਨ ਏ ਲੱਗੇ ਹੋਏ ਨੇ। ਅਤੇ ਜਿਹੜਾ ਕੈਪ ਹੈ ਉੱਥੇ ਇੱਕ ਮੋਡੀਫਾਈਡ GTP 7 ਮਿਥਾਈਲ ਗੁਆਨੋਸਿਨ ਲੱਗਾ ਹੁੰਦਾ। ਤੁਹਾਨੂੰ ਮੈਂ ਅੱਗੇ ਦੱਸਿਆ ਹੀ ਹੋਇਆ ਕਿ ਇਹ ਪ੍ਰੋਟੈਕਟ ਕਰਦਾ ਹੈ mRNA ਨੂੰ, ਸੋ ਦੈਟ ਕੋਈ ਵੀ ਨਿਊਕਲੀਏਜ਼ ਐਨਜ਼ਾਈਮ ਆ ਕੇ ਇਹਨੂੰ ਡੀਗਰੇਡ ਨਾ ਕਰੇ। ਪ੍ਰੋਟੈਕਸ਼ਨ ਲਈ ਕੈਪ 'ਤੇ ਟੇਲਿੰਗ ਲੱਗੀ ਹੁੰਦੀ ਹੈ। ਉਸ ਤੋਂ ਬਾਅਦ mRNA ਕੋਲ ਕੁਝ ਅਲੱਗ ਡਿਫਰੈਂਟ ਰੀਜਨਸ ਵੀ ਨੇ, ਜਿਹੜੇ ਕਿ ਅਨਟਰਾਂਸਲੇਟਡ ਰੀਜਨ ਹੁੰਦੇ, ਜਿਨ੍ਹਾਂ ਦੀ ਟਰਾਂਸਲੇਸ਼ਨ ਨਹੀਂ ਹੁੰਦੀ ਹੈ, ਤੁਸੀਂ ਨੌਨ ਕੋਡਿੰਗ ਕਹਿ ਲਓ। ਇਹ ਦੋਨੋਂ ਸਾਈਡਸ 'ਤੇ ਪ੍ਰੈਜ਼ੈਂਟ ਨੇ, 5' ਵਾਲੀ ਸਾਈਡ 'ਤੇ ਵੀ 3' ਵਾਲੀ ਲਈ। ਹਾਂ, ਇਹਨਾਂ ਦੀ ਰਿਕੁਆਇਰਮੈਂਟ ਡਾਇਰੈਕਟ ਇਹਨਾਂ ਤੋਂ ਪ੍ਰੋਟੀਨ ਤਾਂ ਨਹੀਂ ਬਣਨੇ, ਪਰ ਹਾਂ ਟਰਾਂਸਲੇਸ਼ਨ ਟਾਈਮ ਇਹਨਾਂ ਦੀ ਲੋੜ ਜ਼ਰੂਰ ਪਏਗੀ। ਠੀਕ ਹੈ ਜੀ। ਪ੍ਰੋਕੈਰੀਓਟਸ ਦੇ ਕੇਸ ਦੇ ਵਿੱਚ ਕੈਪਸ ਤੇ ਟੇਲਸ ਐਬਸੈਂਟ ਹੁੰਦੀ ਹੈ। ਜਿਹੜਾ ਕੈਪ ਤੇ ਟੇਲ ਬਣਾਇਆ ਸਿਰਫ ਯੂਕੈਰੀਓਟਸ ਹੈ, ਪ੍ਰੋਕੈਰੀਓਟਸ ਨਹੀਂ ਹੁੰਦੀ। ਸੋ ਇਹ ਸੀ ਬੇਟਾ mRNA ਤੇ ਉਹਦਾ ਸਟਰਕਚਰ। ਨਾਓ ਕਮਿੰਗ ਟੂ rRNA। mRNA ਟੋਟਲ RNA ਦਾ ਕਿੰਨਾ ਪਰਸੈਂਟ ਸੀ, ਓਨਲੀ 5%। rRNA ਕੌਨਸਟੀਟਿਊਟਸ ਅਪ ਟੂ 70 to 80% ਆਫ ਦਾ ਟੋਟਲ RNA। ਜਿੰਨਾ ਟੋਟਲ RNA ਹੈ ਉਹਦਾ 70 to 80% rRNA ਹੈ, ਰਾਈਬੋਸੋਮਲ RNA। mRNA ਨੂੰ ਕੀ ਕਹਿੰਦੇ ਆ, ਮੈਸੇਂਜਰ RNA। ਰਾਈਬੋਸੋਮਲ rRNA ਨੂੰ ਕੀ ਕਹਿੰਦੇ, ਰਾਈਬੋਸੋਮਲ RNA। ਵਾਈ ਮੈਸੇਂਜਰ RNA ਇਜ਼ ਕਾਲਡ ਐਜ਼ ਮੈਸੇਂਜਰ? ਬਿਕੋਜ਼ DNA ਦੀ ਇਨਫੋਰਮੇਸ਼ਨ ਉਹ ਲੈ ਕੇ ਆਉਂਦਾ ਹੈ
mRNA एंड फरदर उतो की बनते हैं उस कादी इन्फॉर्मेशन होंगी टू एक्सप्रैस इट सैल्फ और टू फॉर्म अ प्रोटीन तो फरदर की बनते हैं प्रोटीन सो मैसेज लैके आता DNA तो राइबोसोमल RNA 70 to 80% है टोटल जिन्ना RNA का हिस्सा इनू राइबोसोमल RNA नू राइबोसोमल RNA तां कहते क्योंकि राइबोसोम्स दे विच प्रेजेंट होंदा है विच आर न्यूक्लियोप्रोटीन मोलैक्यूल्स ठीक है इन केस ऑफ यूकैरियोटिक सैल दे विच RNA दे 4 डिफरेंट टाइप्स ने कह लो इन केस ऑफ यूकैरियोट्स 28S 18S 5.8S ते 5S ये तीनों इनसाइड द न्यूक्लियोलस नॉट न्यूक्लियस असी +1 च पढ़ चुके हैं तो ये आउटसाइड द न्यूक्लियोलस जोड़ा है बनते हैं वॉट इज़ दिस एस इज़ द सेडिमेंटेशन कॉफिशेंट की होंगे सेडिमेंटेशन कॉफिशेंट एस इज़ द सेडिमेंटेशन कॉफिशेंट मीनस किन्ने रेट ते कोई चीज़ थल्ले सैटल सैडीमेंट होंदी है ठीक है जी सो यूकैरियोट्स के केस दे विच देयर आर 4 डिफरेंट टाइप्स एंड इफ यू टॉक अबाउट प्रोकैरियोट्स द 3 डिफरेंट टाइप्स होंदी है 23S 16S ते 5S RNA और एक गल इत्थे होर याद रखनी है असी +1 च राइबोसोम्स पढ़ चुके हैं यूकैरियोट्स के केस दे विच जिहड़ा राइबोसोम होंदा 80S होंदा है तो राइबोसोम दी 2 सब यूनिट्स होंदियां एक छोटी यूनिट एक वड्डा यूनिट छोटी यूनिट अगर 80S राइबोसोम है तो छोटी यूनिट 30S एंड वड्डी 50S होंदी है जे आप प्रोकैरियोट्स की गल करिए तो 70S टोटल होंदा राइबोसोम तो जिहड़ा उहदी छोटी यूनिट होंदी है वो 30S ते 50S होंदी है तो 80S के केस दे विच 40 एंड 60S होंदी है ठीक है इनू टोटल नहीं करन बैठना ये यूनिट्स दी सेडिमेंटेशन कॉफिशेंट अलग अलग है 80S का छोटा सब यूनिट 40 ते 60 होंदा है तो 70S का छोटा 30 ते वड्डा 50 2 सब यूनिट हो गए ना एक छोटा तो एक वड्डा सो ये राइबोसोम का स्ट्रक्चर है जिहड़ा असीं +1 च कवर कर चुके हैं ठीक है जी हियर दीज राइबोसोमल RNAs दे आर द पार्ट ऑफ दीज राइबोसोम उन्हां च प्रेजेंट होंदे ने ठीक है जी सो ਜਿਹੜਾ आप 4 पढ़े ने टाइप्स डायमेंशनस ऑफ यू नो राइबोसोमल RNA तुसी कह लो 28S 18S एंड 5.8 ते 5S ये जिहड़े पहले 3 ने ये लार्जर सब यूनिट च 60S वाली तो जिहड़ा कल्ला 18S है पहलियां 3 नहीं फस्ट थर्ड एंड फिफ्थ तो जो फस्ट थर्ड एंड फोर्थ जी सैकेंड वाली 18S है स्मॉलर सब यूनिट च होंदी है ठीक है सो ये सीगे साडे कोल राइबोसोमल RNA एंड इट्स डिफरेंट टाइप्स कह लो या डायमेंशनस कह लो राइबोसोमल RNA दे सो ਇਹਦਾ फंक्शन की है ये भी ट्रांसलेशन च बहुत इंपॉर्टेंट रोल प्ले करता है की रोल प्ले करता विल डिस्कस इट लेटर ऑन दैन इज़ द ट्रांसफर RNA tRNA वेरी इंपॉर्टेंट इनू अडैप्टर मोलैक्यूल भी कहते हैं हुण तुहानूं सारिਆਂ ਨੂੰ पता है कि जो प्रोटीन बनने हैं प्रोटीन के लिए जिहड़ी इट्टां कौन है अमाइनो एसिड्स ट्रांसफर RNA अमाइनो एसिड लैके आते दैट इज़ वाई इट इज़ कॉल्ड एज ट्रांसफर RNA और अडैप्टर किवें लैके आते हैं किहड़ा लैके आंदा विल डिस्कस इट लेटर ऑन tRNA इज़ ऑल्सो कॉल्ड एज sRNA सॉल्यूबल RNA ये सब तो स्मॉलेस्ट है तिन्ना जिहड़ियां टाइप्स आप पढ़ते पे mRNA tRNA rRNA उन्हां चों सब तो छोटी है तो 15% प्रेजेंट है टोटल RNA का पहला कितना प्रेजेंट सी 5S टोटल जिन्ना RNA उहदा सिर्फ 5% mRNA है 70 to 80% rRNA है तो 15% tRNA है साइज़ विच है छोटा है ऊँ 15% है टोटल RNA का प्रेजेंट नैक्सट साढ़े कोल आ गया ये हुण उही गल है tRNA च कुछ ऐसी चीज़ है जिहड़ी किहड़ा अमाइनो एसिड लैके आना वो दसदी है आपां हुणे इहदे स्ट्रक्चर तो स्टडी करते हैं और एक इंपॉर्टेंट गल होर याद रखनी है कि प्रोटीन जो बनने शुरू होणगे स्पैशल तरह का tRNA उदों प्रोटीन बनाने स्टार्ट करता है उन्होंने इनिशिएटर tRNA कहते हैं की बोलते हैं इनिशिएटर tRNA ठीक है जी सो हुण आपां करांगे इहदा स्ट्रक्चर तो स्ट्रक्चर जिहड़ा करांगे सानूं होर क्लैरिटी आएगी tRNA का की फंक्शन है पहला एक होर इंपॉर्टेंट गल सुन लो जिहड़ा सब तो असैप्टेड मॉडल है tRNA का वो क्लोवर लीफ शेप्ड मॉडल है और एक्चुअल स्ट्रक्चर जो tRNA का असीं देखते हैं तो इनवर्टिड L भी लगता है पुट्ठा L कह लो इदा नहीं जो असीं उन्होंने नॉर्मली देखते हैं ठीक है सो इफ यू टॉक अबाउट tRNA देयर आर 4 डिफरेंट रीजनस ऑफ tRNA ठीक है चारां दे अपने अपने नाम है आप देखते हैं किहड़ा सब तो पहला अमाइनो एसिड अटैचमेंट साइट सब तो उपरला अमाइनो एसिड
ਅਸੈप्टर एंड या अमाइनो एसिड अटैचमेंट साइट नेम इट सैल्फ सजैसट इत्थे अमाइनो एसिड लगा होएगा, यही अमाइनो एसिड लैके आएगा तो फरदर की बनाएंगे प्रोटीन्स। सो अमाइनो एसिड असेप्टर साइट, ठीक है। ये 3' एंड ऑफ TRNA चेन ते है एंड ये एक ग्रुप होंदा OH ग्रुप, इनू हाइड्रोक्सिल ग्रुप कहते हैं, ਜਿਹੜੇ ਇਹਦੇ ਵਿੱਚ TRNA ਦੇ ਸਟਰਕਚਰ ਦੇ ਵਿੱਚ ਇੱਕ ਸਪੈਸ਼ਲ ਤਰ੍ਹਾਂ ਦਾ ਗਰੁੱਪ ਹੁੰਦਾ OH ਹਾਈਡਰੋਕਸਿਲ ਗਰੁੱਪ ਵਿਚ ਕੰਬਾਈਨਸ ਵਿਦ ਸਪੈਸੀਫਿਕ ਅਮਾਈਨੋ ਐਸਿਡ, ਜਿਹੜਾ ਸਪੈਸੀਫਿਕ ਅਮਾਈਨੋ ਐਸਿਡ ਨਾਲ ਕੰਬਾਈਨ ਕਰਦਾ ਹੈ ਤੇ ਜਦੋਂ ਇਹਦੇ ਨਾਲ TRNA ਦੇ ਨਾਲ ਅਮਾਈਨੋ ਐਸਿਡ ਜੁੜ ਜਾਂਦਾ ਹੈ ਉਹਨੂੰ ਅਮਾਈਨੋ ਅਸਾਈਲ TRNA ਕਹਿੰਦੇ ਆ। ਆਪਾਂ ਟਰਾਂਸਲੇਸ਼ਨ 'ਚ ਵੀ ਪੜਾਂਗੇ, ਇੱਥੇ ਵੀ ਇੱਕ ਗੱਲ ਕਲੀਅਰ ਕਰ ਲਓ, ਜਦੋਂ ਅਮਾਈਨੋ ਐਸਿਡ TRNA ਨਾਲ ਕੰਬਾਈਨ ਕਰ ਗਿਆ ਜੁੜ ਗਿਆ ਉਹਨੂੰ ਅਮਾਈਨੋ ਅਸਾਈਲ ਇਸ TRNA ਨੂੰ ਅਮਾਈਨੋ ਅਸਾਈਲ TRNA ਕਹਿੰਦੇ। ਕੀ ਕਹਿੰਦੇ? ਅਮਾਈਨੋ ਅਸਾਈਲ TRNA। ਸੈਕਿੰਡ ਲੂਪ ਆ ਗਈ D ਲੂਪ, ਜਿਹਨੂੰ DHU ਲੂਪ ਵੀ ਕਹਿੰਦੇ ਆ, ਡਾਈ ਹਾਈਡਰੋਯੂਰੇਡਿਨ ਲੂਪ। ਇਹ ਇਸ ਜਗ੍ਹਾ 'ਤੇ ਆ ਕੇ ਇੱਕ ਐਂਜ਼ਾਈਮ ਹੈ ਅਮਾਈਨੋ ਅਸਾਈਲ ਸਿੰਥੇਟੇਜ਼, ਜਿਹੜੀ ਅਮਾਈਨੋ ਅਸਾਈਲ TRNA ਬਣਾਉਣ 'ਚ ਹੈਲਪ ਕਰਦੀ ਐਂਜ਼ਾਈਮ ਆ ਕੇ ਇੱਥੇ ਜੁੜਦੀ, ਹੋਰ ਕੋਈ ਖਾਸ ਨਹੀਂ ਹੈ। ਡੀ ਲੂਪ 'ਤੇ ਆ ਕੇ ਅਮਾਈਨੋ ਅਸਾਈਲ ਸਿੰਥੇਟੇਜ਼ ਐਂਜ਼ਾਈਮ ਬਾਈਂਡ ਕਰਦੀ ਹੈ। ਥਰਡ ਆ ਗਿਆ ਐਂਟੀਕੋਡੋਨ ਲੂਪ, ਹੈ ਬੜੀ ਇੰਪੋਰਟੈਂਟ ਲੂਪ। ਹੁਣ ਐਂਟੀਕੋਡੋਨਸ ਕੀ ਹੈ, ਇਹ ਕਿਹੜੇ ਕੋਡੋਨ ਨਾਲ ਜੁੜਦੇ ਆਪਾਂ ਹੁਣੇ ਡਿਸਕਸ ਕਰਦੇ ਹਾਂ। ਪਹਿਲਾਂ ਇੱਕ ਹੋਰ ਅਸੀਂ ਲੂਪ ਡਿਸਕਸ ਕਰ ਲਈਏ ਲਾਸਟ ਵਾਲੀ, ਲਾਸਟ ਰਾਈਟ ਸਾਈਡ ਵਾਲੀ T-CC ਲੂਪ, ਜਿਹੜੀ TRNA ਨੂੰ ਰਾਈਬੋਸੋਮ ਨਾਲ ਜੋੜਨ 'ਚ ਹੈਲਪ ਕਰਦੀ ਹੈ। ਦੇਖੋ ਡਾਇਗਰਾਮ, ਸਿਰਫ ਇੱਕ ਇਹ ਲੂਪ ਰਹਿ ਗਈ ਜਿਹਨੂੰ T ਲੂਪ ਜਾਂ T-CC ਲੂਪ ਵੀ ਕਹਿੰਦੇ ਆ, ਜਿਹੜੀ ਲੂਪ ਹੈਲਪ ਕਰਦੀ ਹੈ ਇਸ TRNA ਨੂੰ ਰਾਈਬੋਸੋਮ ਨਾਲ ਜੋੜਨ ਲਈ। ਕਿਉਂਕਿ ਜਦੋਂ ਪ੍ਰੋਟੀਨਸ ਬਣਨੇ ਆਪਾਂ ਟਰਾਂਸਲੇਸ਼ਨ ਪੜ੍ਹਨੀ ਹੈ, TRNA ਰਾਈਬੋਸੋਮ mRNA ਸਾਰਿਆਂ ਨੇ ਕੰਮ ਕਰਨਾ ਹੈ। ਆਹ ਵਾਲੀ ਲੂਪ ਨੂੰ ਮੈਂ ਇੰਪੋਰਟੈਂਟ ਕਿਉਂ ਕਿਹਾ? ਇਹ ਤਾਂ ਵੇਰੀਏਬਲ ਆਮ ਹੈ, ਜਿਹੜੀ ਵੇਰੀਏਬਲ ਹੁੰਦੀ ਹੈ, ਵੇਰੀ ਕਰਦੀ ਹੈ। ਐਨੀ ਹਾਓ ਇਹਦਾ ਕੁਝ ਖਾਸ ਫੰਕਸ਼ਨ ਨਹੀਂ, ਦਾ ਫੰਕਸ਼ਨ ਅਨਨੋਨ ਹੈ। ਮੇਨ ਹੈ 4 ਲੂਪਸ ਦਾ ਹੈਗਾ। ਅੱਛਾ, ਵਾਈ ਐਂਟੀਕੋਡੋਨ ਲੂਪ ਇਜ਼ ਇੰਪੋਰਟੈਂਟ, ਹੁਣ ਜ਼ਰਾ ਧਿਆਨ ਨਾਲ ਸੁਣੋ। ਇਹ ਜਿਹੜੀ ਮੈਂ ਪਿੰਕ ਲਾਈਨ ਲਗਾਈ ਹੈ ਇਹ ਸਮਝ ਲਓ ਇੱਕ mRNA ਹੈ। ਕੀ ਹੈ? mRNA। ਅਤੇ ਇਹਦੇ ਉੱਤੇ ਕੋਡੋਨਸ ਲੱਗੇ, ਜਿਵੇਂ ਮੈਂ ਸਿਰਫ ਇੱਕ ਹੀ ਕੋਡੋਨ ਦਿਖਾਇਆ AGU, ਇੱਦਾਂ ਹੀ ਕਿੰਨੇ ਸਾਰੇ 3 ਨਿਊਕਲੀਓਟਾਈਡਸ ਮਿਲ ਕੇ ਕੋਡੋਨ, ਕਿੰਨੇ ਸਾਰੇ ਕੋਡੋਨ ਲੱਗੇ, ਠੀਕ ਹੈ। ਹੁਣ mRNA ਤੋਂ ਫਰਦਰ ਜਦੋਂ ਪ੍ਰੋਟੀਨ ਬਣਨੇ ਆ ਤਾਂ ਜਿਹੜਾ TRNA ਹੈ ਉਹ ਕਿਹੜਾ ਅਮਾਈਨੋ ਐਸਿਡ ਲੈ ਕੇ ਆਏਗਾ, ਕਿਸ ਚੀਜ਼ 'ਤੇ ਡਿਪੈਂਡ ਕਰੇਗਾ? ਇਨਫੋਰਮੇਸ਼ਨ mRNA ਨੇ ਦੇਣੀ ਹੈ, ਪਰ ਕਿਹੜਾ ਅਮਾਈਨੋ ਐਸਿਡ ਲੱਗੇਗਾ ਉਹ TRNA ਲੈ ਕੇ ਆਏਗਾ। TRNA ਨੂੰ ਕਿੱਦਾਂ ਪਤਾ ਕਿ ਕਿਹੜਾ ਅਮਾਈਨੋ ਐਸਿਡ ਲੈ ਕੇ ਆਉਣਾ? 20 ਅਮਾਈਨੋ ਐਸਿਡ ਹੈ ਡਿਫਰੈਂਟ। ਤਾਂ ਹੁੰਦਾ ਕੀ ਹੈ ਬੇਟਾ, ਜਿਹੜਾ mRNA ਦਾ ਕੋਡੋਨ ਹੈ AGU, ਅਤੇ ਜਿਹੜਾ TRNA ਉਹਦੀ ਜਿਹੜੀ ਐਂਟੀਕੋਡੋਨ ਲੂਪ ਹੈ ਉੱਥੇ ਜਿਹੜਾ ਕੋਡੋਨ ਪ੍ਰੈਜ਼ੈਂਟ ਉਹਨੂੰ ਐਂਟੀਕੋਡੋਨ ਕਹਿੰਦੇ, ਕਿਉਂਕਿ ਉਹ ਕੋਡੋਨ ਦੇ ਕੰਪਲੀਮੈਂਟਰੀ ਹੁੰਦਾ। ਜਿਵੇਂ ਅਗਰ ਇੱਥੇ A ਹੈ ਤਾਂ ਇੱਥੇ U, ਇੱਥੇ G ਹੈ, ਇੱਥੇ C, ਇੱਥੇ U ਹੈ ਅਤੇ ਇੱਥੇ ਕੰਪਲੀਮੈਂਟੈਰਿਟੀ ਅਸੀਂ ਪੜ੍ਹ ਚੁੱਕੇ। ਜੇ DNA ਟੂ DNA ਬਣਨਾ ATCG, A T ਨਾਲ ਬੌਂਡ ਬਣਾਉਂਦਾ, C G ਨਾਲ ਬੌਂਡ ਬਣਾਉਂਦਾ। ਪਰ ਜੇ RNA ਦੀ ਗੱਲ ਹੈ ਤਾਂ T ਦੀ ਜਗ੍ਹਾ ਕੀ ਹੁੰਦਾ? U, ਠੀਕ ਹੈ, ਯੂਰਾਸਿਲ। ਸੋ ਇੱਥੇ ਉਹੀ ਆਇਆ ਕਿ A ਤੇ A ਕੋਡੋਨ ਆਫ mRNA ਅਤੇ ਐਂਟੀਕੋਡੋਨ ਆਫ TRNA ਦੇ ਆਰ ਕੰਪਲੀਮੈਂਟਰੀ। U ਦੇ ਆਪੋਜ਼ਿਟ A, C ਦੇ G, A ਦੇ U। ਸੋ ਇਹ ਜਿਹੜਾ ਕੋਡੋਨ ਐਂਟੀਕੋਡੋਨ ਦਾ ਜਦੋਂ ਕੰਬੀਨੇਸ਼ਨ ਬਣਦਾ ਹੈ, ਜਦੋਂ ਇਹ ਸੈਟਿੰਗ ਬਹਿ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਹੁਣ ਇਹ ਵਾਲਾ, ਕਿਉਂਕਿ ਇਹਦੇ ਜਿਹੜਾ ਇਸ UCA ਦੇ ਨਾਲ ਜਿਹੜਾ TRNA ਦੇ ਨਾਲ ਜਿਹੜਾ ਲੱਗਾ ਆਪਣੇ ਕੋਲ ਅਮਾਈਨੋ ਐਸਿਡ ਉਹ ਸਪੈਸੀਫਿਕ ਹੋਏਗਾ ਨਾ, ਇਹ ਕੋਡੋਨ ਦੱਸੇਗਾ ਕਿਹੜਾ ਅਮਾਈਨੋ ਐਸਿਡ ਹੈ। ਸੋ ਇਹ ਹੈਲਪ ਕਰਦਾ ਹੈ ਕਿ ਵਿਚ ਅਮਾਈਨੋ ਐਸਿਡ ਜਿਹੜਾ ਟੂ ਬੀ ਟੇਕਨ, ਕਿਹੜਾ ਅਮਾਈਨੋ ਐਸਿਡ ਲੈ ਕੇ ਆਉਣਾ TRNA ਨੇ। ਸੋ ਐਂਟੀਕੋਡੋਨ ਕੋਡੋਨ ਦਾ ਰਿਲੇਸ਼ਨ ਜਿਹੜਾ ਇਹ ਚੀਜ਼ ਨੂੰ ਦੱਸਦਾ ਹੈ, ਠੀਕ ਹੈ ਜੀ। ਸੋ ਹੋਰ ਅਸੀਂ ਡਿਟੇਲ ਦੇ ਵਿੱਚ ਜਦੋਂ ਟਰਾਂਸਲੇਸ਼ਨ ਪੜ੍ਹਾਂਗੇ, ਹੋਰ ਡਿਟੇਲ ਦੇ ਵਿੱਚ TRNA ਦਾ ਫੰਕਸ਼ਨ, mRNA ਦਾ ਫੰਕਸ਼ਨ, rRNA ਦਾ ਫੰਕਸ਼ਨ ਅਸੀਂ ਫਿਰ ਹੋਰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਸੋ ਦਿਸ ਵਾਜ਼ ਆਲ ਅਬਾਊਟ RNA ਐਂਡ ਇਟਸ ਵੇਰੀਅਸ ਟਾਈਪਸ।